हाँ जी बेटा, ਆਪਾਂ ਕਰਦੇ ਪਏ ਸੀਗੇ ਐਡਵਾਂਟੇਜ ਆਫ ਫਰਟਿਲਿਟੀ ਟ੍ਰੇਨਿੰਗ ਮੈਥਡ। ਸੈਕਿੰਡ ਪੁਆਇੰਟ ਇਹਦਾ ਕਰਨਾ ਆਪਾਂ ਨੈਕਸਟ, ਹੋਰ ਟ੍ਰੇਨਿੰਗ ਮੈਥਡ ਨਾਲੋਂ ਇਸ ਦਾ ਫਿਜ਼ੀਓਲੋਜੀਕਲ ਐਡਵਾਂਟੇਜ ਹੈ ਕਿਉਂਕਿ ਚੇਂਜਿੰਗ ਸੈਂਸ ਫਟੀਕ ਡਿਲੇ ਕਰਨ ਵਿੱਚ ਹੈਲਪ ਕਰਦੀ ਹੈ। ਨੰਬਰ ਥਰਡ, ਸਪੋਰਟਸ ਵਿੱਚ ਐਂਡਿਓਰੈਂਸ ਨੂੰ ਇੰਪਰੂਵ ਕਰਨ ਦਾ ਇਹ ਸਭ ਤੋਂ ਬੈਸਟ ਮੈਥਡ ਹੈ। ਜਿੱਥੇ ਐਂਡਿਓਰੈਂਸ ਬੇਸਿਕ ਰਿਕੁਆਇਰਮੈਂਟ ਹੈ ਉੱਥੇ ਕ੍ਰਾਸ ਕੰਟਰੀ ਰਨਿੰਗ। ਨੰਬਰ 4, ਐਂਕਲਸ, ਨੀਜ਼ ਐਂਡ ਥਾਈਜ਼ ਦੇ ਬੈਲੈਂਸ ਐਡਜਸਟਮੈਂਟਸ ਹੋਣ ਕਾਰਨ ਸਰਫਸ ਦੇ ਅਨਈਵਨ ਹੋਣ ਕਾਰਨ ਇੰਪਰੂਵ ਹੁੰਦਾ ਹੈ। ਨੰਬਰ 5, ਇਸ ਨੂੰ ਅਡੋਪਟ ਕਰਨਾ ਈਜ਼ੀ ਹੈ। ਨੰਬਰ 6, ਇਹ ਨੇਚਰ ਵਿੱਚ ਫਲੈਕਸੀਬਲ ਹੈ। ਨੰਬਰ 7, ਇਹ ਸਪ੍ਰਿੰਟਿੰਗ ਇੰਟਰਵਲਸ ਕਾਰਨ ਬਾਡੀ ਨੂੰ ਵਰਸਟਾਈਲ ਬਣਾਉਂਦੀ ਹੈ। ਕਿਸੇ ਵੀ ਨੈਕਸਟ ਹੈਗਾ ਜੀ, ਕਿਸੇ ਵੀ ਇਕਵਿਪਮੈਂਟ ਦੀ ਜ਼ਰੂਰਤ ਨਹੀਂ ਹੈ। ਨੰਬਰ 9, ਐਥਲੀਟਸ ਵਧੇਰੇ ਗਿਣਤੀ ਵਿੱਚ ਪਾਰਟੀਸਪੇਟ ਕਰ ਸਕਦੇ ਹਨ। ਨੰਬਰ 10, ਗੁੱਡ ਐਰੋਬਿਕ ਐਂਡ ਅਨਐਰੋਬਿਕ ਫਿਟਨੈਸ ਡਿਵੈਲਪ ਕੀਤੀ ਜਾ ਸਕਦੀ ਹੈ। ਨੈਕਸਟ ਆ ਗਿਆ ਜੀ ਡਿਸਐਡਵਾਂਟੇਜ ਆਫ ਫਰਟਿਲਿਟੀ ਟ੍ਰੇਨਿੰਗ ਮੈਥਡ। ਅਨਈਵਨ ਟਰੈਕ ਦੇ ਕਾਰਨ ਇੰਜਰੀ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਸੈਕਿੰਡ, ਕੋਚ ਲਈ ਐਕਟੀਵਿਟੀ ਦੀ ਸੁਪਰਵਿਜ਼ਨ ਕਰਨਾ ਡਿਫੀਕਲਟ ਹੈ। ਨੰਬਰ 3, ਟਰੈਕ 'ਤੇ ਐਕਚੁਅਲ ਰਨਿੰਗ ਦਾ ਐਕਸਪੀਰੀਅੰਸ ਐਬਸੈਂਟ ਹੈ। ਅੱਗੇ ਹੈਗਾ ਜੀ 10.3 ਮੀਨਿੰਗ ਆਫ ਸਪੀਡ। ਸਪੀਡ ਇੱਕ ਵਿਅਕਤੀ ਦੀ ਐਬਿਲਿਟੀ ਹੈ ਜੋ ਪੈਟਰਨ ਦੀ ਮੂਵਮੈਂਟ ਨੂੰ ਫਾਸਟਰ ਰੇਟ 'ਤੇ ਪਰਫਾਰਮ ਕਰਦੀ ਹੈ। ਸਪੀਡ ਇੱਕ ਇੰਪੋਰਟੈਂਟ ਕੰਪੋਨੈਂਟ ਹੈ ਔਰ ਐਵਰੀ ਸਪੋਰਟਸ ਦਾ ਪਾਰਟ ਹੈ, ਖਾਸ ਕਰਕੇ ਸਪ੍ਰਿੰਟਸ ਦਾ। ਇਹ ਇੱਕ ਐਬਿਲਿਟੀ ਹੈ, ਇੱਕ ਰੇਸ ਨੂੰ ਕੰਪਲੀਟ ਕਰੋ ਜਾਂ ਮਿਨੀਮਮ ਟਾਈਮ ਵਿੱਚ ਪੂਰਾ ਕਰੋ। ਸਪੀਡ ਲਿੰਬਸ ਦੀ ਮੂਵਮੈਂਟ ਦੀ ਕੁਇਕਨੈਸ ਹੈ, ਭਾਵੇਂ ਇਹ ਰਨਰ ਦੀਆਂ ਲੈਗਸ ਹਨ ਜਾਂ ਸ਼ਾਟ ਪੁੱਟਰ ਦੀਆਂ ਆਰਮਜ਼ ਹਨ। ਸਪੀਡਸ ਹਰ ਗੇਮ ਐਂਡ ਸਪੋਰਟਸ ਦਾ ਅਨਿੱਖੜਵਾਂ ਪਾਰਟ ਹੈ। ਅਕੋਰਡਿੰਗ ਟੂ ਬਾਰੋ ਐਂਡ ਮੈਕਜੀ, ਸਪੀਡ ਇੱਕ ਵਿਅਕਤੀ ਦੀ ਕਪੈਸਿਟੀ ਹੈ ਜੋ ਸਮ ਪੈਟਰਨ ਦੀ ਮੂਵਮੈਂਟ ਐਟ ਦਾ ਫਾਸਟਰ ਰੇਟ ਨਾਲ ਕੰਮ ਕਰਦੀ ਹੈ। ਸਪੀਡ ਨੂੰ ਇੰਪਰੂਵ ਕਰਨ ਲਈ ਇੱਕ ਰਨਰ ਨੂੰ ਆਪਣੀ ਰਿਐਕਸ਼ਨ ਟਾਈਮ, ਐਕਸਲਰੇਸ਼ਨ ਸਪੀਡ ਐਂਡ ਸਪੀਡ ਮੂਵਮੈਂਟ ਵਿੱਚ ਇੰਪਰੂਵਮੈਂਟ ਕਰਨੀ ਪਵੇਗੀ। ਰਿਐਕਸ਼ਨ ਟਾਈਮ ਸਪੀਡ ਨੂੰ ਇੰਪਰੂਵ ਕਰਨ ਲਈ ਮੇਨ ਫੈਕਟਰ ਹੈ ਅਤੇ ਇਹ ਫਿਜ਼ੀਕਲ ਸਟਰੈਂਥ, ਐਂਡਿਓਰੈਂਸ, ਫਲੈਕਸੀਬਿਲਿਟੀ ਅਤੇ ਨਿਊਰੋਮਸਕੂਲਰ ਕੋਆਰਡੀਨੇਸ਼ਨ ਵਿੱਚ 'ਤੇ ਡਿਪੈਂਡ ਕਰਦਾ ਹੈ। ਅੱਗੇ ਹੈਗਾ ਜੀ ਟਾਈਪ ਆਫ ਸਪੀਡਸ। ਅੱਛਾ ਜੀ, ਸਪੀਡਸ ਨੂੰ ਆਪਾਂ 5 ਪਾਰਟਸ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਹੈਗਾ ਜੀ ਰਿਐਕਸ਼ਨ ਐਬਿਲਿਟੀ। ਇਹ ਇੱਕ ਸਿਗਨਲ ਲਈ ਜਿੰਨੀ ਜਲਦੀ ਹੋ ਸਕੇ ਐਕਸ਼ਨ ਪਰਫਾਰਮ ਕਰਨ ਦੀ ਐਬਿਲਿਟੀ ਹੈ। ਦੂਜੇ ਸ਼ਬਦਾਂ ਵਿੱਚ ਇਹ ਇੱਕ ਪਲੇਅਰ ਨੂੰ ਵੱਖ-ਵੱਖ ਕਿਸਮਾਂ ਦੇ ਰਿਸਪੌਂਸਸ ਹਨ, ਜਿਵੇਂ ਵਿਜ਼ੂਅਲ, ਆਡੀਟਰੀ ਐਕਸੈਟਰਾ, ਕੁਇਕਲੀ ਐਂਡ ਇਫੈਕਟਲੀ ਢੰਗ ਨਾਲ ਰਿਐਕਟ ਕਰਨ ਦੀ ਐਬਿਲਿਟੀ ਦਰਸਾਉਂਦਾ ਹੈ ਕਿ ਉਹ ਕਿੰਨੀ ਕੁਇਕਲੀ ਅਤੇ ਐਫੀਸ਼ੀਐਂਟਲੀ ਡਿਸੀਜ਼ਨ ਲੈ ਸਕਦਾ ਹੈ। ਇਹ 2 ਟਾਈਪ ਦੇ ਹੁੰਦੇ ਆ। ਸਿੰਪਲ ਰਿਐਕਸ਼ਨ, ਇਹ ਪਹਿਲਾਂ ਤੋਂ ਡਿਟਰਮਾਈਨਡ ਮੈਨਰ ਨਾਲ ਕੁਇਕਲੀ ਰਿਐਕਟ ਕਰਨ ਦੀ ਐਬਿਲਿਟੀ ਹੈ, ਇੱਕ ਨੌਨ ਸਿਗਨਲ ਕਰਨ ਲਈ। ਸੈਕਿੰਡ ਹੈਗਾ ਜੀ ਕੰਪਲੈਕਸ ਰਿਐਕਸ਼ਨ ਐਬਿਲਿਟੀ। ਇਹ ਅਨਐਕਸਪੈਕਟਡ ਸਿਗਨਲ ਤੋਂ ਕੁਇਕਲੀ ਐਂਡ ਐਕੂਰੇਟਲੀ ਰਿਐਕਟ ਕਰਨ ਦੀ ਐਬਿਲਿਟੀ ਹੈ। ਸਪੀਡ ਆਫ ਮੂਵਮੈਂਟ ਜਾਂ ਮੂਵਮੈਂਟ ਸਪੀਡ, ਇੱਕ ਮਸਲ ਦੀ ਸਿੰਗਲ ਮੂਵਮੈਂਟ ਨੂੰ ਮਿਨੀਮਮ ਟਾਈਮ ਵਿੱਚ ਕਰਨ ਦੀ ਐਬਿਲਿਟੀ ਹੈ। ਰਿਫਲੈਕਸ ਐਕਸ਼ਨ ਟੈਸਟ ਦੁਆਰਾ ਮੂਵਮੈਂਟ ਦੀ ਸਪੀਡ ਮੁਹੱਈਆ ਕੀਤੀ ਜਾ ਸਕਦੀ ਹੈ। ਸਪੀਡ ਜਿਵੇਂ ਬਾਕਸਿੰਗ, ਰੈਸਲਿੰਗ, ਸਵਿਮਿੰਗ ਵਿੱਚ ਮੂਵਮੈਂਟ ਸਪੀਡ ਰਿਕੁਆਇਰਡ ਹੁੰਦੀ ਹੈ। ਐਕਸੀਲਰੇਸ਼ਨ ਐਬਿਲਿਟੀ, ਇਹ ਇੱਕ ਸਟੇਸ਼ਨਰੀ ਪੋਜੀਸ਼ਨ ਤੋਂ ਮੈਕਸੀਮਮ ਟਾਈਮ ਵਿੱਚ ਮੈਕਸੀਮਮ ਸਪੀਡ ਪ੍ਰਾਪਤ ਕਰਨ ਦੀ ਐਬਿਲਿਟੀ ਹੈ। ਇਹ ਕਪੈਸਿਟੀ ਵੱਡੇ ਲੈਵਲ 'ਤੇ ਐਕਸਪਲੋਸਿਵ ਸਟਰੈਂਥ, ਟੈਕਨੀਕਸ ਐਂਡ ਫਲੈਕਸੀਬਿਲਿਟੀ 'ਤੇ ਡਿਪੈਂਡ ਕਰਦੀ ਹੈ। ਸਪ੍ਰਿੰਟ ਰੇਸਿਸ, ਹਾਕੀ, ਬਾਸਕਟਬਾਲ ਐਕਸੈਟਰਾ ਸਪੋਰਟਸ ਵਿੱਚ ਐਕਸੀਲਰੇਸ਼ਨ ਦੀ ਐਬਿਲਿਟੀ ਦੀ ਜ਼ਰੂਰਤ ਹੁੰਦੀ ਹੈ। ਡੀ ਪਾਰਟ ਹੈਗਾ ਜੀ ਸਪੀਡ ਐਂਡਿਓਰੈਂਸ। ਇਹ ਮੂਵਮੈਂਟ ਨੂੰ ਸਭ ਤੋਂ ਫਾਸਟਰ ਸਪੀਡ ਨਾਲ ਬਿਨਾਂ ਫਟੀਕ ਦੇ ਕਰਨ ਦੀ ਐਬਿਲਿਟੀ ਹੈ। ਇਹ ਸਪੀਡ, ਐਕਸਪਲੋਸਿਵ ਸਟਰੈਂਥ ਅਤੇ ਐਂਡਿਓਰੈਂਸ 'ਤੇ ਡਿਪੈਂਡ ਕਰਦੀ ਹੈ। ਈ ਪਾਰਟ ਹੈਗਾ ਜੀ ਲੋਕੋਮੋਟਰ ਐਬਿਲਿਟੀ। ਇਹ ਕਿਸੇ ਵਿਅਕਤੀ ਦੀ ਮੈਕਸੀਮਮ ਪੋਸੀਬਲ ਟਾਈਮ ਔਰ ਡਿਊਰੇਸ਼ਨ ਲਈ ਮੈਕਸੀਮਮ ਸਪੀਡ ਬਣਾਈ ਰੱਖਣ ਦੀ ਐਬਿਲਿਟੀ ਹੈ। ਇਹ ਸਪੀਡ ਐਂਡ ਐਂਡਿਓਰੈਂਸ ਦੀ ਐਬਿਲਿਟੀਆਂ ਦਾ ਕੰਬੀਨੇਸ਼ਨ ਹੈ। ਸਪੋਰਟਸ ਜਿਵੇਂ ਸਪ੍ਰਿੰਟ ਐਂਡ ਸ਼ਾਰਟ ਰੇਸਿਸ
ਸਵਿਮਿੰਗ, ਸਾਈਕਲਿੰਗ ਐਕਸੈਟਰਾ ਲੋਕੋਮੋਟਰ ਐਬਿਲਿਟੀ ਵਿੱਚ ਆਉਂਦੇ ਹਨ। ਅੱਗੇ ਆ ਗਿਆ ਜੀ ਮੈਥਡ ਟੂ ਡਿਵੈਲਪ ਸਪੀਡ। ਕਿਸੇ ਵਿਅਕਤੀ ਦੀ ਸਪੀਡ ਜੈਨੇਟਿਕ ਫੈਕਟਰ 'ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ, ਪਰ ਫਿਟਨੈਸ ਦੇ ਹੋਰ ਕੰਪੋਨੈਂਟ ਦੀ ਤਰ੍ਹਾਂ ਟ੍ਰੇਨਿੰਗ ਦੀ ਹੈਲਪ ਨਾਲ ਇੰਪਰੂਵ ਕੀਤੀ ਜਾ ਸਕਦੀ ਹੈ। ਅੱਗੇ ਆ ਗਿਆ ਜੀ ਪਾਰਟ ਪਹਿਲਾ ਹੈਗਾ ਜੀ ਐਕਸਲਰੇਸ਼ਨ ਰਨਸ। ਸਪੀਡ ਨੂੰ ਇੰਪਰੂਵ ਕਰਨ ਦਾ ਮੇਨ ਸੋਰਸ ਐਕਸਲਰੇਸ਼ਨ ਰਨ ਹੈ। ਇੱਕ ਕਿਸਮ ਦੀਆਂ ਰਨਸ ਖਾਸ ਕਰਕੇ ਸਟੇਸ਼ਨਰੀ ਪੋਜੀਸ਼ਨ ਤੋਂ ਮੈਕਸੀਮਮ ਸਪੀਡ ਪ੍ਰਾਪਤ ਕਰਨ ਲਈ ਸਪੀਡ ਵਧਾਉਣ ਲਈ ਲਗਾਈਆਂ ਜਾਂਦੀਆਂ ਹਨ। ਇਹਨਾਂ ਰਨਸ ਲਈ ਵਿੱਚ ਇੱਕ ਐਥਲੀਟ ਨੂੰ ਨਿਰਧਾਰਤ ਡਿਸਟੈਂਸ ਨੂੰ ਚਲਾਉਣ ਦੀ ਲੋੜ ਹੁੰਦੀ ਹੈ। ਐਥਲੀਟ ਸਕ੍ਰੈਚ ਲਾਈਨ ਤੋਂ ਸ਼ੁਰੂ ਹੁੰਦਾ ਹੈ ਅਤੇ ਮੈਕਸੀਮਮ ਸਪੀਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਲਦੀ ਤੋਂ ਜਲਦੀ ਫਿਨਿਸ਼ ਸਪੈਸੀਫਿਕ ਡਿਸਟੈਂਸ ਨੂੰ ਸਪੀਡ ਦੇ ਨਾਲ ਅਜਿਹੀਆਂ ਰਨਿੰਗ ਨੂੰ ਰਨਸ ਦੇ ਵਿਚਕਾਰ ਸ਼ਾਰਟ ਇੰਟਰਵਲ ਨਾਲ ਕਈ ਵਾਰ ਰਿਪੀਟ ਕੀਤਾ ਜਾਂਦਾ ਹੈ। ਅਜਿਹੀਆਂ ਰਨਸ ਨੂੰ ਐਕਸੀਲਰੇਸ਼ਨ ਰਨ ਕਿਹਾ ਜਾਂਦਾ ਹੈ। ਅੱਗੇ ਆ ਗਿਆ ਜੀ ਦ ਵੇਰੀਏਬਲ ਇਨ ਐਕਸੀਲਰੇਸ਼ਨ ਰਨਸ। ਪਹਿਲਾ ਹੈਗਾ ਜੀ ਡਿਸਟੈਂਸ 50 to 60 ਮੀਟਰ, ਸਪੀਡ 90 to 100%, ਨੰਬਰ ਆਫ ਰਨ 6 to 12 ਟਾਈਮ ਅਕੋਰਡਿੰਗ ਟੂ ਦ ਐਬਿਲਿਟੀ ਆਫ ਰਨਰ, ਐਂਡ ਨੰਬਰ 4 ਹੈਗਾ ਰਿਕਵਰੀ ਪੀਰੀਅਡ 30 to 2 ਮਿੰਟ। 5 ਹੈਗਾ ਜੀ ਮੈਥਡ ਆਫ ਰਿਕਵਰੀ ਐਕਟਿਵ। ਐਕਸੀਲਰੇਸ਼ਨ ਰਨ ਕਰਦੇ ਸਮੇਂ ਧਿਆਨ ਵਿੱਚ ਰੱਖਣ ਵਾਲੇ ਪੁਆਇੰਟ। ਨੰਬਰ 1, 50 ਤੋਂ 60 ਮੀਟਰ ਦਾ ਡਿਸਟੈਂਸ ਚਲਾਉਣ ਲਈ ਐਥਲੀਟ ਦੀ ਲੋੜ ਹੁੰਦੀ ਹੈ। ਉਸ ਨੂੰ ਕੌਨਸਨਟਰੇਟ ਕਰਨਾ ਚਾਹੀਦਾ ਹੈ। ਪਹਿਲੇ 30 ਮੀਟਰ 'ਤੇ ਚੱਲ ਰਹੀਆਂ ਕਾਰਵਾਈਆਂ 'ਤੇ ਅਤੇ ਬਾਕੀ ਡਿਸਟੈਂਸ ਮੈਕਸੀਮਮ ਸਪੀਡ 'ਤੇ ਕਰੋ। ਸੈਕਿੰਡ ਪੁਆਇੰਟ ਹੈਗਾ ਜੀ ਇੱਕ ਐਥਲੀਟ ਨੂੰ ਆਪਣੀ ਟ੍ਰੇਨਿੰਗ ਆਪਣੀ ਮੈਕਸੀਮਮ ਸਪੀਡ ਦੇ 75% ਨਾਲ ਕਰਨੀ ਚਾਹੀਦੀ ਹੈ ਅਤੇ ਗ੍ਰੈਜੂਅਲੀ 100% ਵੱਲ। ਪ੍ਰੀਕਾਸ਼ਨਸ, ਮਸਲ ਕ੍ਰੈਂਪ ਤੋਂ ਬਚਣ ਲਈ ਪ੍ਰੋਪਰ ਵਾਰਮ ਅਪ ਕੀਤਾ ਜਾਣਾ ਚਾਹੀਦਾ ਹੈ। ਐਕਸੀਲਰੇਸ਼ਨ ਰਨ ਕਰਦੇ ਸਮੇਂ ਫਟੀਕ ਨੂੰ ਸੈੱਟ ਨਾ ਹੋਣ ਦਿਓ। ਫਟੀਕ ਨੂੰ ਰੋਕਣ ਲਈ ਐਥਲੀਟ ਨੂੰ ਰਿਕਵਰੀ ਕਰਨ ਲਈ ਸਲੋਲੀ ਵਾਕ ਬੈਕ ਕਰਨਾ ਚਾਹੀਦਾ ਹੈ। ਨੰਬਰ 3, ਮਾਰਨਿੰਗ ਮੈਕਸੀਮਮ ਸਪੀਡ 'ਤੇ ਟ੍ਰੇਨਿੰਗ ਨੂੰ ਅਵੋਇਡ ਕਰਨਾ ਚਾਹੀਦਾ ਹੈ। ਅੱਗੇ ਹੈਗਾ ਜੀ 4th, ਮਸਲ ਵਿੱਚ ਪੇਨ ਅਤੇ ਕਰੈਂਪ ਹੋਣ 'ਤੇ ਟ੍ਰੇਨਿੰਗ ਨੂੰ ਰੋਕਣਾ ਚਾਹੀਦਾ ਹੈ। ਇਹਦੇ ਅੱਗੇ ਐਡਵਾਂਟੇਜਸ। ਸਟਾਰਟਰ ਗਨ ਪ੍ਰਤੀ ਐਥਲੀਟ ਦਾ ਰਿਐਕਸ਼ਨ ਟਾਈਮ ਘੱਟ ਗਿਆ ਹੈ। ਸੈਕਿੰਡ ਹੈਗਾ ਜੀ ਮੈਕਸੀਮਮ ਸਪੀਡ ਕੁਇਕਲੀ ਇਨਕਰੀਜ਼ ਕਰਨ ਦੀ ਕਪੈਸਿਟੀ ਐਕਸੀਲਰੇਸ਼ਨ ਨਾਲ ਆਉਂਦੀ ਹੈ। ਥਰਡ, ਬੋਡੀ ਦੇ ਮੂਵਮੈਂਟ ਨੂੰ ਐਡਜਸਟ ਕਰਨ ਅਤੇ ਬੈਲੈਂਸ ਕਰਨ ਦੀ ਕਪੈਸਿਟੀ ਹੈ। ਹੁਣ ਅੱਗੇ ਜੀ ਅੱਗੇ ਸੈਕਿੰਡ ਹੈਗਾ ਜੀ ਪੇਸ ਰਨ। ਸਪੀਡ ਨੂੰ ਡਿਵੈਲਪ ਕਰਨ ਦਾ ਇੱਕ ਹੋਰ ਮੈਥਡ ਪੇਸ ਰਨ ਹੈ। ਪੇਸ ਰਨ ਦਾ ਮੀਨਸ ਹੈ ਪੂਰੀ ਡਿਸਟੈਂਸ ਨੂੰ ਕੌਨਸਟੈਂਟ ਸਪੀਡ ਨਾਲ ਚਲਾਉਣਾ। ਇਹ ਦੇਖਿਆ ਜਾਂਦਾ ਹੈ ਕਿ 800 ਮੀਟਰ ਜਾਂ ਇਸ ਤੋਂ ਵੱਧ ਦੀਆਂ ਰੇਸਾਂ ਵਿੱਚ ਬਰਾਬਰਤਾ ਨਾਲ ਐਨਰਜੀ ਡਿਸਟ੍ਰੀਬਿਊਟ ਕੌਨਸਟੈਂਟ ਸਪੀਡ ਨਾਲ ਦੌੜਨਾ ਰਨਰ ਨੂੰ ਸ਼ਾਰਟ ਟਾਈਮ ਵਿੱਚ ਡਿਸਟੈਂਸ ਪੂਰਾ ਕਰਨ ਵਿੱਚ ਹੈਲਪ ਕਰਦੀ ਹੈ। ਇਸ ਲਈ 800 ਮੀਟਰ ਜਾਂ ਇਸ ਤੋਂ ਵੱਧ ਦੀਆਂ ਰੇਸਾਂ ਵਿੱਚ ਐਥਲੀਟ ਨੂੰ ਆਪਣੀ ਮੈਕਸੀਮਮ ਸਲੋ ਸਪੀਡ 'ਤੇ ਦੌੜਨਾ ਚਾਹੀਦਾ ਹੈ, ਨਹੀਂ ਤਾਂ ਆਪਣੀ ਰੇਸ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਆਪ ਥੱਕ ਜਾਵੇਗਾ। 800 ਮੀਟਰ ਰੇਸ ਵਿੱਚ ਇੱਕ ਰਨਰ ਨੂੰ 10 ਤੋਂ 20% ਇਨਕਰੀਜ਼ ਕੀਤਾ ਡਿਸਟੈਂਸ ਦੇ ਨਾਲ ਮੈਕਸੀਮਮ ਸਪੀਡ 25% ਦੁਆਰਾ ਸਟੱਡੀ ਪੇਸ 'ਤੇ ਰਨਿੰਗ ਕਰਨੀ ਚਾਹੀਦੀ ਹੈ। 1500 ਮੀਟਰ ਵਿੱਚ ਰਨਰ ਨੂੰ ਮੈਕਸੀਮਮ ਸਪੀਡ 33% ਸਲੋਅਰ ਪੇਸ ਨਾਲ ਰਨਿੰਗ ਕਰਨੀ ਚਾਹੀਦੀ ਹੈ, 10 ਤੋਂ 20% ਇਨਕਰੀਜ਼ ਡਿਸਟੈਂਸ ਦੇ ਨਾਲ। ਪੇਸ ਟ੍ਰੇਨਿੰਗ ਐਂਡਿਓਰੈਂਸ ਦੇ ਨਾਲ ਦੋ ਸਪੀਡ ਨੂੰ ਵਧਾਉਣ 'ਚ ਹੈਲਪ ਕਰਦੀ ਹੈ। ਅੱਗੇ ਜੀ ਪੇਸ ਟ੍ਰੇਨਿੰਗ। ਇਹ ਰਨਰ ਪਹਿਲਾ ਪੁਆਇੰਟ ਹੈਗਾ ਜੀ ਰਨਸ ਦਾ ਰੈਪੀਟੇਸ਼ਨ ਲੌਂਗ ਰਿਕਵਰੀ ਪੀਰੀਅਡ ਦੇ ਮੈਕਸੀਮਮ ਔਰ ਨੀਅਰੈਸਟ ਮੈਕਸੀਮਮ ਸਪੀਡ ਦੇ ਨੇੜੇ ਚਾਹੀਦਾ ਹੈ। ਸੈਕਿੰਡ, ਜੇ ਅਵੇਲੇਬਲ ਹੋਵੇ ਤਾਂ ਜੋਗਿੰਗ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੱਗੇ ਆ ਗਿਆ ਜੀ ਐਡਵਾਂਟੇਜਸ। ਲੌਂਗ ਪੀਰੀਅਡ ਲਈ ਮੈਕਸੀਮਮ ਪੋਸੀਬਲ ਸਪੀਡ ਬਣਾਈ ਰੱਖਣ ਲਈ ਕਪੈਸਿਟੀ ਇਨਕਰੀਜ਼ ਹੁੰਦੀ ਹੈ। ਸੈਕਿੰਡ, ਬੋਡੀ ਦੇ ਮੂਵਮੈਂਟ ਨੂੰ ਐਡਜਸਟ ਕਰਨਾ ਬੈਲੈਂਸ ਕਰਨ ਦੀ ਕਪੈਸਿਟੀ ਇਨਕਰੀਜ਼ ਹੁੰਦੀ ਹੈ। ਅੱਗੇ ਆ ਗਿਆ ਜੀ ਡਿਫਰੈਂਸ ਬਿਟਵੀਨ ਐਕਸੀਲਰੇਸ਼ਨ ਰਨ ਅਤੇ ਪੇਸ ਰਨ। ਪਹਿਲਾ ਹੈਗਾ ਜੀ ਐਕਸੀਲਰੇਸ਼ਨ ਪਰਪਸ। ਇਹ ਹੈਲਪ ਕਰਦਾ ਹੈ ਸਪੀਡ ਦੀ ਐਕਸੀਲਰੇਸ਼ਨ ਪਾਰਟ ਅਤੇ ਪੇਸ ਰਨ ਦੇ ਪਰਪਸ ਹੈਗਾ ਜੀ ਇਹ ਸਪੀਡ ਦੀ ਮੂਵਮੈਂਟ ਅਤੇ ਕੌਨਸਟੈਂਟ ਸਪੀਡ ਡਿਵੈਲਪ ਕਰਦਾ ਹੈ। ਅੱਗੇ ਦੂਜਾ ਪੁਆਇੰਟ ਐਕਸੀਲਰੇਸ਼ਨ ਰਨ ਦਾ ਪ੍ਰੋਸੀਜਰ। ਬਹੁਤ ਤੇਜ਼ੀ ਨਾਲ ਦੌੜਨਾ ਸ਼ੁਰੂ ਕਰੋ, ਕਰਚ ਪੋਜੀਸ਼ਨ ਤੋਂ ਸ਼ਾਰਟ ਡਿਸਟੈਂਸ ਦੀ ਸਪੀਡ ਤੱਕ। ਅੱਗੇ ਪੇਸ ਰਨ ਦਾ ਪ੍ਰੋਸੀਜਰ ਹੈਗਾ ਦੌੜਨਾ ਸਟਾਰਟ ਸਟੇਬਲ ਸਪੀਡ 'ਤੇ ਕਰੋ ਅਤੇ ਲੌਂਗਰ ਡਿਸਟੈਂਸ ਤੱਕ।
ਐਕਸੀਲਰੇਸ਼ਨ ਦਾ ਥਰਡ ਪਾਰਟ ਹੈਗਾ ਡਿਸਟੈਂਸ 50 ਤੋਂ 60 ਮੀਟਰ ਡਿਸਟੈਂਸ ਦੇ ਟੌਪ ਸਪੀਡ ਤੱਕ ਪਹੁੰਚਣ ਲਈ। ਸਪੇਸ ਰਨ ਦਾ ਡਿਸਟੈਂਸ 200 ਤੋਂ 800 ਮੀਟਰ ਕੌਨਸਟੈਂਟ ਪੇਸ 'ਤੇ ਚੱਲਣਾ। ਨੰਬਰ 4 ਐਕਸੀਲਰੇਸ਼ਨ ਰਨ ਦਾ ਸਪੀਡ ਇੰਟੈਂਸਿਟੀ 90 ਤੋਂ 100% ਬੈਸਟ ਅਬਿਲਿਟੀ ਹੈ। ਪੇਸ ਰਨ ਦਾ ਸਪੀਡ ਇੰਟੈਂਸਿਟੀ 60 ਤੋਂ 90 ਡਿਪੈਂਡਿੰਗ ਬੈਸਟ ਅਬਿਲਿਟੀ ਡਿਸਟੈਂਸ 'ਤੇ ਨਿਰਭਰ ਕਰਦੀ ਹੈ। ਐਕਸੀਲਰੇਸ਼ਨ ਰਨ ਪ੍ਰੈਕਟਿਸ ਸੈਸ਼ਨ ਇਹ ਪ੍ਰੈਕਟਿਸ ਕੰਪੀਟੀਸ਼ਨ ਦੇ ਨੇੜੇ ਦੇ ਦਿਨਾਂ ਵਿੱਚ ਹੁੰਦੀ ਹੈ ਅਤੇ ਪੇਸ ਰਨ ਦੀ ਇਹ ਪ੍ਰੈਕਟਿਸ ਫਾਈਨਲ ਫੇਜ਼ ਆਫ ਪ੍ਰੈਪਰੇਟਰੀ ਪੀਰੀਅਡ ਦੇ ਨੇੜੇ ਹੁੰਦੀ ਹੈ। ਅੱਗੇ ਆ ਗਿਆ ਜੀ 10.4 ਮੀਨਿੰਗ ਆਫ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਨੂੰ ਇੱਕ ਮੈਕਸੀਮਮ ਰੇਂਜ ਆਫ ਮੋਸ਼ਨ ਵਜੋਂ ਡਿਫਾਈਨ ਕੀਤਾ ਜਾਂਦਾ ਹੈ। ਫਲੈਕਸੀਬਿਲਿਟੀ ਇੱਕ ਜਨਰਲ ਕੁਆਲਿਟੀ ਹੈ। ਇਹ ਸਪੈਸੀਫਿਕ ਪਾਰਟੀਕੂਲਰ ਜੁਆਇੰਟ ਹੈ ਜਿਵੇਂ ਕਿ ਨੀ ਔਰ ਜੁਆਇੰਟ ਸੀਰੀਜ਼। ਇਸ ਦਾ ਅਰਥ ਹੈ ਕਿ ਇੱਕ ਵਿਅਕਤੀ ਵਿੱਚ ਕੁਝ ਜੁਆਇੰਟ ਦੀ ਮੋਸ਼ਨ ਦੀ ਬੈਟਰ ਰੇਂਜ ਹੋ ਸਕਦੀ ਹੈ। ਫਲੈਕਸੀਬਿਲਿਟੀ ਪੋਸਚਰ ਨੂੰ ਇੰਪਰੂਵ, ਮੇਨਟੇਨ ਹੈਲਦੀ ਜੁਆਇੰਟ, ਪ੍ਰੀਵੈਂਸ਼ਨ ਇੰਜਰੀਜ਼, ਇੰਪਰੂਵਿੰਗ ਬੈਲੈਂਸ, ਰਿਡਿਊਸਿੰਗ ਬੈਕ ਪੇਨ ਐਕਸੈਟਰਾ ਵਿੱਚ ਹੈਲਪਫੁਲ ਹੈ। ਜਿਵੇਂ ਕਿ ਬਹੁਤ ਸਾਰੀਆਂ ਸਪੋਰਟਸ ਐਕਟੀਵਿਟੀ ਲਈ ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਜਿਵੇਂ ਕਿ ਜਿਮਨਾਸਟਿਕ, ਯੋਗਾ, ਕਰਾਟੇ, ਡਾਂਸ ਐਕਸੈਟਰਾ। ਫਲੈਕਸੀਬਿਲਿਟੀ ਹਰ ਕਿਸਮ ਦੀਆਂ ਫਿਜ਼ੀਕਲ ਐਕਟੀਵਿਟੀਜ਼ ਦੀ ਐਫੀਸ਼ੀਐਂਟ ਪਰਫਾਰਮੈਂਸ ਵਿੱਚ ਕੰਟਰੀਬਿਊਟ ਕਰਦੀ ਹੈ, ਜਿਸ ਵਿੱਚ ਹਰ ਰੋਜ਼ ਦੇ ਟਾਸਕ ਐਂਡ ਸਪੋਰਟਸ ਸ਼ਾਮਿਲ ਹਨ।